वाहिगुरू जी का खालसा वाहिगुरू जी की फतेह। सत श्री अकाल, आदाब, नमस्ते। चैनल तू सत अखंड जोत ते प्रोग्राम सुगड़ विचार वेख रहे सारे ही ਸਰੋਤਿਆਂ ਦਾ दास तह दिलों इस्तकबाल करता है, निघा स्वागत करता है ਅਤੇ उम्मीद करता आप सब राजी खुशी खैरियत ਵਿੱਚ ਹੋਵੋਗੇ। हर रोज़ की तरह ਅਸੀਂ ਅੱਜ ਫੇਰ ਇੱਕ ਨਵਾਂ ਸੁਗੜ ਵਿਚਾਰ ਲੈ ਕੇ ਆਪ ਵਿੱਚ ਹਾਜ਼ਰ ਹੋਏ ਹਾਂ, ਜਿਸ ਦਾ ਸਿਰਲੇਖ ਹੈ ਜ਼ਰੂਰਤ ਜਾਂ ਖੁਆਇਸ਼। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਤਰਾਂ ਨਾਲ ਆਗਾਜ਼ ਕਰਦੇ ਹਾਂ। ਕੁੱਲੀ ਵਿੱਚ ਰਹਿ ਕੇ ਜੇ ਵਧੀਆ ਸਰਦਾ ਏ ਤਾਂ ਫਿਰ ਕੀ ਜ਼ਰੂਰਤ ਏ, ਜੇ ਖਾ ਕੇ ਖਿਚੜੀ ਢਿੱਡ ਭਰਦਾ ਏ ਤਾਂ ਫਿਰ ਕੀ ਜ਼ਰੂਰਤ ਏ। ਖੁਆਇਸ਼ਾਂ ਰੱਖਣਾ ਕੋਈ ਮਾੜੀ ਗੱਲ ਨਹੀਂ, ਪਰ ਜੇ ਬਿਨਾਂ ਖੁਆਇਸ਼ਾਂ ਸਰਦਾ ਏ ਤਾਂ ਕੀ ਜ਼ਰੂਰਤ ਏ। ਮਨਸੂਰ ਲੋੜ ਮੁਤਾਬਕ ਸਭ ਕੁਝ ਜਾਇਜ਼, ਪਰ ਬੇਲੋੜਾ ਅਕਸਰ ਤੰਗ ਕਰਦਾ ਏ ਤਾਂ ਫਿਰ ਕੀ ਜ਼ਰੂਰਤ ਏ। ਜੇ ਖਾ ਕੇ ਖਿਚੜੀ ਢਿੱਡ ਭਰਦਾ ਏ ਤਾਂ ਫਿਰ ਕੀ ਜ਼ਰੂਰਤ ਏ, ਤਾਂ ਫਿਰ ਕੀ ਜ਼ਰੂਰਤ ਏ। ਜ਼ਰੂਰਤਾਂ ਸਾਡੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਨਿਰਬਾਹ ਨਹੀਂ ਹੋ ਸਕਦਾ, ਅਤੇ ਚਾਹਤਾਂ ਖੁਆਇਸ਼ਾਂ ਤੋਂ ਬਿਨਾਂ ਸਾਡਾ ਜੀਵਨ ਬਸਰ ਹੋ ਸਕਦਾ ਹੈ। ਅਸੀਂ ਅਕਸਰ ਹੀ ਕਹਿੰਦਿਆਂ ਸੁਣਿਆ ਹੈ ਕਿ ਜ਼ਰੂਰਤ ਤਾਂ ਹਰ ਇਨਸਾਨ ਦੀ ਪੂਰੀ ਹੋ ਜਾਂਦੀ ਹੈ, ਪਰ ਖੁਆਇਸ਼ਾਂ ਵੱਡੇ ਵੱਡੇ ਰਾਜਿਆਂ ਦੀਆਂ ਵੀ ਅਧੂਰੀਆਂ ਰਹਿ ਗਈਆਂ। ਅਤੇ ਆਓ ਹੁਣ ਆਪਾਂ ਆਪਣੀਆਂ ਜ਼ਰੂਰਤਾਂ ਨੂੰ ਸਮਝੀਏ ਅਤੇ ਖੁਆਇਸ਼ਾਂ ਤੋਂ ਵਾਕਫ ਹੋਈਏ। ਇਨਸਾਨ ਦੇ ਇਸ 5 ਤੱਤਾਂ ਦੇ ਸਰੀਰ ਵਿੱਚ ਰਹਿੰਦਿਆਂ ਜ਼ਰੂਰਤ ਹੈ 2 ਵਕਤ ਦੀ ਰੋਜ਼ੀ ਦੀ, ਸਿਰ ਢੱਕਣ ਨੂੰ ਛੱਤ ਦੀ, ਪਹਿਨਣ ਨੂੰ ਕੱਪੜੇ ਦੀ। ਅਤੇ ਹੁਣ ਆਪਾਂ ਦੇਖੀਏ ਕਿ ਸਾਡੀਆਂ ਇਹ ਜ਼ਰੂਰਤਾਂ ਤਕਰੀਬਨ ਸਭ ਦੀਆਂ ਪੂਰੀਆਂ ਹੋ ਹੀ ਜਾਂਦੀਆਂ ਨੇ। ਜੇ ਕੋਈ ਆਰਥਿਕ ਪੱਖੋਂ ਮਾੜਾ ਹੈ ਤਾਂ ਉਸ ਦਾ ਵੀ ਇਹ ਤਿੰਨਾਂ ਜ਼ਰੂਰਤਾਂ ਦਾ ਹੱਲ ਪਰਮਾਤਮਾ ਕਿਸੇ ਨਾ ਕਿਸੇ ਹੀਲੇ ਕਰਵਾ ਹੀ ਦਿੰਦਾ ਹੈ। ਕਿਸੇ ਭਲੇ ਲੋਕ ਨੂੰ ਇਹ ਸੇਵਾ ਬਖਸ਼ ਦਿੰਦਾ ਹੈ, ਕੋਈ ਨਾ ਕੋਈ ਜ਼ਰੀਆ ਬਣ ਕੇ ਉਸ ਦੀਆਂ ਇਹ ਜ਼ਰੂਰਤਾਂ ਪਰਮਾਤਮਾ ਪੂਰੀਆਂ ਕਰਵਾ ਹੀ ਦਿੰਦਾ ਹੈ। ਪਰ ਜਿੱਥੋਂ ਅੱਗੇ ਗੱਲ ਤੁਰਦੀ ਹੈ, ਅਸੀਂ 2 ਵਕਤ ਦੀ ਰੋਜ਼ੀ ਨੂੰ ਛੱਡ ਜੀਭ ਦੇ ਰਸ ਖਾਤਰ ਵੰਨ ਸਵੰਨਾ ਖਾਣਾ ਲੋੜੀਂਦੇ ਹਾਂ, ਟੈਮੋਂ ਬੇਟੈਮਾ ਭਾਲਦੇ ਹਾਂ, ਢੰਗੋਂ ਬੇਢੰਗਾ ਖਾਂਦੇ ਹਾਂ, ਅਸੂਲੋਂ ਬੇਅਸੂਲਾ ਵਿਚਰਦੇ ਹਾਂ, ਤਾਂ ਫਿਰ ਸਾਡੀਆਂ ਚਾਹਤਾਂ ਖੁਆਇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸਿਰ ਢੱਕਣ ਨੂੰ ਮਿਲੀ ਹੋਈ ਛੱਤ, ਜਦੋਂ ਛੱਤ ਨਾ ਲੱਗੇ ਕਿਸੇ ਦੀ ਕੋਠੀ ਕਾਰ ਮਕਾਨ ਮਨ ਨੂੰ ਭਾਉਣ ਲੱਗ ਪਏ ਤਾਂ ਉਦੋਂ ਵੇਖੋ ਵੇਖੀ ਦੀਆਂ ਚਾਹਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਤਨ ਢੱਕਣ ਨੂੰ ਮਿਲੇ ਸਾਫ ਸੁਥਰੇ ਵਸਤਰ, ਵਸਤਰ ਨਾ ਲੱਗਣ ਕਿਸੇ ਦੇ ਪਾਏ ਬ੍ਰਾਂਡਡ ਕੱਪੜੇ, ਕਿਸੇ ਦਾ ਪਾਇਆ ਕੱਪੜਾ ਜ਼ਿਆਦਾ ਮਨ ਭਾਉਂਦਾ ਲੱਗਣ ਲੱਗ ਪਏ ਤਾਂ ਸਮਝੋ ਚਾਹਤਾਂ ਖੁਆਇਸ਼ਾਂ ਦਾ ਸਿਲਸਿਲਾ ਜ਼ੋਰੋ ਜ਼ੋਰ ਨਾਲ ਸ਼ੁਰੂ ਹੋ ਗਿਆ। ਅਤੇ ਇਹਨਾਂ ਚਾਹਤਾਂ ਖੁਆਇਸ਼ਾਂ ਦੇ ਸਿਲਸਿਲੇ ਸਟਾਰਟ ਹੋਏ ਨਾਲ ਨੁਕਸਾਨ ਕੀ ਹੋਇਆ? ਨੁਕਸਾਨ ਇਹ ਹੋਇਆ, ਸਾਡੀ ਵਾਧੂ ਦੀ ਦੌੜ ਭੱਜ ਵੱਧ ਗਈ, ਬੇਫਜ਼ੂਲ ਦੀਆਂ ਟੈਨਸ਼ਨਾਂ ਸਾਡੇ ਦਿਮਾਗ ਉੱਪਰ ਆ ਗਈਆਂ, ਅਤੇ ਵੇਖਾ ਵੇਖੀ ਦੀ ਇਸ ਜ਼ਰੂਰਤ ਚਾਹਤ ਦੀ ਦੌੜ ਵਿੱਚ ਜੋ ਨਹੀਂ ਵੀ ਜ਼ਰੂਰਤ ਦਾ ਸੀ ਉਸ ਦੀ ਵੀ ਡਿਮਾਂਡ ਅੰਦਰੋਂ ਉੱਠਣ ਲੱਗ ਪਈ। ਲੱਭ ਲਾਲਚ ਮੋਹ ਵਰਗੀਆਂ ਬਿਰਤੀਆਂ ਦਾ ਜਨਮ ਹੋਣ ਲੱਗ ਪਿਆ, ਅਤੇ ਜੋ ਕੀਮਤੀ ਸਵਾਸਾਂ ਰੂਪੀ ਲਾਲਾਂ ਦਾ ਸਰਮਾਇਆ ਸੀ ਉਹ ਇਹਨਾਂ ਬੇਫਜ਼ੂਲ ਦੀਆਂ ਚਾਹਤਾਂ ਖਾਸ਼ਾਵਾਂ ਪਿੱਛੇ ਅਸੀਂ ਮਿੱਟੀ ਵਿੱਚ ਰੋਲਣ ਲੱਗ ਪਏ। ਅਤੇ ਇਸ ਦੇ ਨਾਲ ਸਾਡਾ ਸਭ ਤੋਂ ਵੱਡਾ ਨੁਕਸਾਨ ਕੀ ਹੋਇਆ? ਗੁਰੂ ਗੁਰਬਾਣੀ ਅਨੁਸਾਰ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਸੀਂ ਆਪਣੀਆਂ ਚਾਹਤਾਂ ਖੁਆਇਸ਼ਾਂ ਦੀ ਦੌੜ ਵਿੱਚ ਲੱਗੇ ਆਪ ਦੇ ਜੀਵਨ ਮਨੋਰਥ ਨੂੰ ਹੀ ਭੁੱਲ ਚੁੱਕੇ ਹਾਂ, ਕਿਉਂਕਿ ਜਿੰਨਾ ਅਸੀਂ ਆਪ ਦੇ ਆਪ ਨੂੰ ਬਾਹਰੀ ਦਾਇਰੇ ਵਿੱਚ ਮਟੀਰੀਅਲ ਦੀਆਂ ਵਸਤਾਂ ਵਿੱਚ ਉਲਝਾ ਕੇ ਰੱਖਾਂਗੇ, ਓਨਾ ਹੀ ਅਸੀਂ ਆਪਣੇ ਆਤਮਿਕ ਤਲ ਤੋਂ ਦੂਰ ਹੋਵਾਂਗੇ। ਅਤੇ ਜਿੰਨਾ ਅਸੀਂ ਆਪ ਦੇ ਆਤਮਿਕ ਤਲ ਤੋਂ ਦੂਰ ਹੁੰਦੇ ਹਾਂ ਅਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਸਾਨੂੰ ਕਰਨਾ ਕੀ ਚਾਹੀਦਾ ਹੈ? ਸਾਨੂੰ ਸਿਰਫ ਆਪ ਦੀਆਂ ਜ਼ਰੂਰਤਾਂ ਤੱਕ ਸੀਮਿਤ ਰਹਿ ਕੇ ਖੁਆਇਸ਼ਾਂ ਤੋਂ ਉੱਪਰ ਉੱਠ ਕੇ ਸਾਨੂੰ ਆਤਮਿਕ ਦਾਇਰੇ ਵਿੱਚ ਐਂਟਰ ਹੋਣਾ ਚਾਹੀਦਾ। ਆਤਮਾ ਦੀ ਜ਼ਰੂਰਤ ਜੋ ਕਿ ਸਿਰਫ ਪਰਮਾਤਮਾ ਹੈ ਉਸ ਵੱਲ ਧਿਆਨ ਦਈਏ, ਅਤੇ ਜੇ ਕੋਈ ਖੁਆਇਸ਼ ਪਾਲਣੀ ਹੈ ਤਾਂ ਫਿਰ ਉਹਨਾਂ ਵੱਲ ਵੇਖ ਪਾਲੀਏ ਜਿਨ੍ਹਾਂ ਗੁਰੂਆਂ ਪੀਰਾਂ ਫਕੀਰਾਂ ਭਗਤਾਂ ਨੇ ਉਸ ਪਰਮਾਤਮਾ ਨੂੰ ਜਾਣਿਆ ਮਾਣਿਆ, ਉਸ ਵਿੱਚ ਅਭੇਦ ਹੋਏ। ਅਸੀਂ ਵੀ ਫਿਰ ਇਹੋ ਜਿਹੀ ਕੋਈ ਖੁਆਇਸ਼ ਕੋਈ ਚਾਹਤ ਪਾਲੀਏ ਉਸ ਪਰਮਾਤਮਾ ਨੂੰ ਜਾਣਨ ਦੀ, ਉਸ ਨੂੰ ਮਾਨਣ ਦੀ, ਉਸ ਵਿੱਚ ਅਭੇਦ ਹੋਣ ਦੀ, ਜਿਸ ਨਾਲ ਸਾਡਾ ਜੀਵਨ ਮਨੋਰਥ ਸਫਲਾ ਹੋ ਸਕੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।